अगर शर्मदार सरकार होगी तो दबाव पड़ेगा, अगर बेशरम होगी तो भाई उनका तो कोई इलाज हमारे पे है नहीं। ਜਦੋਂ ਲੋਕਾਂ ਦਾ ਹੜ੍ਹ ਆਉਂਦਾ ਫਿਰ ਬੈਰੀਕੇਡ ਕੁਝ ਮਾਨੇ ਨਹੀਂ ਰੱਖਦੇ। कैमरा और कलम पर नेटिंग सिस्टम पे सब बंदूक का पहरा है। ਇੱਕ ਵਾਰੀ ਫੇਰ ਸਰਕਾਰ ਨੂੰ ਝੁਕਾਵਾਂਗੇ, ਇਹ ਯਕੀਨ है। करनाल के अंदर हमारा एक साथी शहीद हुआ है, उनको न्याय दिलाने के लिए हम लोग जा रहे हैं। ਔਰ ਜੋ ਉਹਨਾਂ ਨੇ ਰਾਤ ਸਾਨੂੰ ਦੰਦ ਜੇ ਦਿਖਾਉਣੇ ਸ਼ੁਰੂ ਕੀਤੇ ਸੀ, ਉਹ ਰਾਤੋਂ ਰਾਤ ਕਿਸਾਨਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਉਹ ਖੱਟੇ ਕਰਤੇ। ਨਾਲ ਨਾਲ ਜਿੱਥੇ ਜਿੱਥੇ ਜਾਤੀਆਂ ਹੋ ਰਹੀਆਂ ਨੇ ਉੱਥੇ ਐਨ ਉਹਨਾਂ ਦੇ ਮੋਢੇ ਨਾਲ ਮੋਢਾ ਡਾੜ ਕੇ ਖੜੇ ਆ। ਹਰਿਆਣਾ ਨਾਲ ਜਾਤੀ ਹੋਈ ਆ ਤੇ ਸਾਰਾ ਪੂਰਾ ਭਾਰਤ ਉਹਨਾਂ ਦੇ ਨਾਲ ਖੜਾ ਹੈ। ਉਹ ਕਿਸੇ ਐਸਡੀਐਮ ਨੂੰ ਅਧਿਕਾਰ ਨਹੀਂ ਹੈ ਕਿ ਐਸਡੀਐਮ ਜਿਹੜਾ ਆਰਡਰ करे कि सिर फोड़ दो। मगर हमारी अभी भी हरियाणा के किसानों से या पंजाब के सभी किसान साथियों से प्रार्थना है, आप ज्यादा संख्या में आइए। हाँ तो शांति से ही रहेंगे, हम क्या को क्रांति करने वहां पर जा रहे हैं। ਪਰ ਆਪਾਂ ਇਹਨੂੰ ਪੀਸਫੁਲ ਬਣਾ ਕੇ ਰੱਖੀਏ, ਵੀ ਆਪਣੀ ਏਕਤਾ ਦਿਖਾਈਏ। भाई जब जाएंगे सारे जत्थेबंदी के लोग वहां पर जा रहे हैं तो बातचीत तो करेंगे और बात सुनना भी उनको चाहिए। ਤਾਂ ਕਰਨਾਲ ਦੇ ਵਿੱਚ ਮਹਾ ਪੰਚਾਇਤ ਅੱਜ ਰੱਖੀ ਗਈ ਆ। ਸੰਯੁਕਤ ਕਿਸਾਨ ਮੋਰਚੇ ਦੀ तमाम ਵੱਡੀ ਲੀਡਰਸ਼ਿਪ ਜਿਹੜੀ ਇੱਥੋਂ ਰਵਾਨਾ ਹੋ ਰਹੀ ਹੈ। ਰਾਕੇਸ਼ ਟਕੈਤ ਜੀ, ਬਲਵੀਰ ਸਿੰਘ ਰਾਜੇਵਾਲ ਅਤੇ तमाम ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਲੀਡਰਸ਼ਿਪ ਆ ਜਿਹੜੀ ਮੌਜੂਦ ਆ। ਅੱਜ ਕਰਨਾਲ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਹੈ ਤਾਂ ਪ੍ਰਸ਼ਾਸਨ ਨੇ ਵੀ ਸਖਤ ਰੁਖ ਜਿਹੜਾ ਅਪਣਾਇਆ ਹੈਗਾ। ਰਾਕੇਸ਼ ਟਕੈਤ ਸਾਡੇ ਨਾਲ ਮੌਜੂਦ ਨੇ। टकैत साहब, क्या लगता है जी करनाल में महापंचायत हो रही है, प्रशासन कह रहा है कि हम लॉ एंड ऑर्डर को जो मेंटेन रखेंगे, किसानों को उन्होंने बार बार अपील की है कि शांतमय रहिए, क्या कहना चाहिए? हाँ तो शांति से ही रहेंगे, हम क्या को क्रांति करने वहां पर जा रहे हैं। हम तो शांति से ही करेंगे, प्रशासन से बात करेंगे। तो हमारे सारे लीडर्स वहां पर जा रहे हैं तो प्रशासन से बातचीत करेंगे, तो शांति से ही तो करेंगे हम। और क्या लगता है नेट भी बंद कर दिया गया, 144 धारा लगा दी। भाई नेट वेट तो सब उन्हीं के हाथ में ही तो है। हमने जब ही तो कहा कि कैमरा और कलम पर नेटिंग सिस्टम पे सब बंदूक का पहरा है, तो वे कर देते हैं बंद। तो मुजफ्फरनगर की रैली बहुत सफल रही, क्या लगता है सरकार में प्रभाव पड़ेगा? पता नहीं, दबाव का तो पता नहीं भाई पड़ेगा नहीं पड़ेगा। अगर शर्मदार सरकार होगी तो दबाव पड़ेगा, और बेशरम होगी तो भाई उनका तो कोई इलाज हमारे पे है नहीं। आज क्या अपील करोगे किसानों के? किसान बहुत बड़ी संख्या से पहुंच रहे हैं। बातचीत करेंगे, वहाँ किसानों के बीच में चले जाएं तो फिर बैठा के सब अपना सलाह मशवरा करेंगे। क्या खास रहेगा जी आज की महापंचायत में? देखो मेन तो वहाँ पे सरकार से तो बात नहीं होनी, प्रशासनिक अधिकारी से बात होनी है। सारे हमारे लीडर्स वहाँ पे हैं, प्रशासनिक अधिकारी से बातचीत कर कर जो मामला है अपनी बात हम उनके सामने रखेंगे। क्या लगता है प्रशासनिक अधिकारी आपकी बात सुनेंगे? बात तो करनी चाहिए उनको। भाई जब जाएंगे सारे जत्थेबंदी के लोग वहां पर जा रहे हैं तो बातचीत तो करेंगे और बात सुनना भी उनको चाहिए। ਤਾਂ ਰਾਏ ਸਾਹਿਬ, ਕੀ ਕਹਿਣਾ ਚਾਹੋਗੇ ਜੀ ਤੁਸੀਂ? ਅੱਜ ਮਹਾਪੰਚਾਇਤ ਹੋ ਰਹੀ ਆ, ਪ੍ਰਸ਼ਾਸਨ ਨੇ ਸਖਤ ਰੁਖ ਅਪਣਾਇਆ। ਵੇਖੋ, ਇਹ ਸਰਕਾਰ ਦੀ ਪਾਲਿਸੀ ਹੁੰਦੀ ਹੈ ਕਿ ਕਿਸੇ ਵੀ ਅੰਦੋਲਨ ਨੂੰ, ਕਿਸੇ ਪ੍ਰੋਟੈਸਟ ਨੂੰ ਕਮਜ਼ੋਰ ਕਰਨ ਲਈ ਦਫਾ 144 ਲਾ ਦੇਣੀ, ਔਰ ਇਹ ਗੱਲ ਮੰਨਣੀ ਨਹੀਂ ਜਿਹੜੀ, ਕਿਉਂਕਿ ਹੁਣ ਐਸਡੀਐਮ ਜਿਹੜਾ ਹੈ ਉਹ ਕਿਸੇ ਐਸਡੀਐਮ ਨੂੰ ਅਧਿਕਾਰ ਨਹੀਂ ਹੈ ਕਿ ਐਸਡੀਐਮ ਜਿਹੜਾ ਆਰਡਰ करे ਕਿ ਸਿਰ ਫੋੜ ਦਿਓ। ਇੱਕ ਆਦਮੀ ਦਾ ਉਹਦੇ ਸਮਝ ਲਓ ਕਤਲ ਹੋਇਆ, ਸ਼ਹੀਦ ਹੋਏ ਨੇ। ਸੋ ਉਹ ਮੈਂ ਸਮਝਦਾ ਕਿ ਉਹ ਸਰਕਾਰ ਤੋਂ ਜਿਹੜੀ ਮੰਗ ਕੀਤੀ ਗਈ ਆ ਵੀ ਉਹਨੂੰ 302 ਦਾ ਪਰਚਾ ਦਰਜ ਕੀਤਾ ਜਾਵੇ, ਸਰਕਾਰ ਨੂੰ ਦਰਜ ਕਰਨਾ ਚਾਹੀਦਾ। ਸੋ ਇਹ ਅੱਜ ਦੀ ਜਿਹੜੀ ਸਾਡੀ ਉੱਥੇ ਹੋਣ ਜਾ ਰਹੀ ਆ ਮੰਡੀ ਦੇ ਵਿੱਚ ਇਕੱਠ, ਉਹ ਇਸੇ ਹੀ ਹੈਗਾ। ਬਾਕੀ ਦੀ ਜਿਹੜੀ ਉੱਥੇ ਰਹਿ ਹੋਗੀ, ਸਾਰੇ ਸਾਥੀ ਇਕੱਠੇ ਹੋ ਕੇ ਉਹਦੇ ਕਰਾਂਗੇ। ਤਾਂ ਡਾਕਟਰ ਸਾਹਿਬ, ਕੀ ਲੱਗਦਾ ਜੀ ਅੱਜ ਸਾਰੀ तमाम ਵੱਡੀ ਲੀਡਰਸ਼ਿਪ ਜਿਹੜੀ ਇਕੱਠੀ ਹੋਈ ਆ ਕਰਨਾਲ ਦੇ ਵਿੱਚ, ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ, ਕੀ ਲੱਗਦਾ ਕੀ ਕੁਝ ਖਾਸ ਰਹੂਗਾ ਜੀ? ਦੇਖੋ, ਮੇਰੇ ਮੁਤਾਬਕ ਤਾਂ ਜਿਹੜੀ ਲੀਡਰਸ਼ਿਪ ਸਾਡੀ ਟੌਪ ਲੀਡਰਸ਼ਿਪ ਨੇ, ਟਕੈਤ ਸਾਹਿਬ ਨੇ, ਰਾਜੇਵਾਲ ਸਾਹਿਬ ਨੇ, ਕਾਦੀਆਂ ਸਾਹਿਬ ਨੇ, ਕੌਤ ਨੇ, ਜਦੋਂ ਇਹ ਲੀਡਰਸ਼ਿਪ ਜਿਹਦੀ ਅਗਵਾਈ ਕਰਨ ਲਈ ਜਾ ਰਹੀ ਹੈ, ਇਹਦੇ 'ਚ 100% ਮੈਂ ਇਸ ਗੱਲ ਦਾ ਵਿਸ਼ਵਾਸ ਹੈ ਕਿ ਕਰਨਾਲ ਪ੍ਰਸ਼ਾਸਨ ਨੂੰ ਨਹੀਂ, ਹਰਿਆਣਾ ਸਰਕਾਰ ਨੂੰ ਝੁਕਣਾ ਪੈਣਾ ਔਰ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਮੰਨਣਾ ਪੈਣਾ। ਔਰ ਜੋ ਉਹਨਾਂ ਨੇ ਰਾਤ ਸਾਨੂੰ ਦੰਦ ਜੇ ਦਿਖਾਉਣੇ ਸ਼ੁਰੂ ਕੀਤੇ ਸੀ, ਉਹ ਰਾਤੋਂ ਰਾਤ ਕਿਸਾਨਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਉਹ ਖੱਟੇ ਕਰਤੇ। ਉਹਨਾਂ ਦੇ ਰਨ ਐਂਡ ਵੀ ਆਰ ਗੋਇੰਗ ਦੇਅਰ। ਹੁਣ ਜੋਸ਼ ਖਰੋਸ਼ ਨਾਲ ਸਾਰੇ ਕਿਸਾਨ ਲੋਕ ਜਾ ਰਹੇ ਨੇ। ਹਰਿਆਣਾ 'ਚ ਕੌਤ ਸਾਹਿਬ ਨੇ, ਗੁਰਨਾਮ ਚੜੂਨੀ ਜੀ ਨੇ, ਵੱਡੀ ਗਿਣਤੀ 'ਚ ਹਰਿਆਣਾ 'ਚੋਂ ਲੋਕ ਚੱਲ ਪਏ ਹੋਏ ਨੇ। ਰਾਜਾ ਸਾਹਿਬ, ਕੀ ਲੱਗਦਾ ਹੈਗਾ ਜੀ ਬੈਰੀਕੇਡਿੰਗ ਦੀ ਵੀ ਗੱਲ ਜਿਹੜੀ ਸਾਹਮਣੇ ਆ ਰਹੀ ਆ, ਤਾਂ ਜੇਕਰ ਬੈਰੀਕੇਡਿੰਗ ਕਰਕੇ ਰੋਕਦੇ ਆ ਤੁਹਾਨੂੰ ਤਾਂ ਫਿਰ ਕੀ ਐਕਸ਼ਨ ਹੋਊਗਾ ਜੀ? ਨਹੀਂ, ਸਰਕਾਰਾਂ ਇਹੋ ਜਿਹਾ ਕੁਝ ਕਰਦੀਆਂ ਹੁੰਦੀਆਂ,
ਜਦੋਂ ਲੋਕਾਂ ਦਾ ਹੜ੍ਹ ਆਉਂਦਾ ਫਿਰ ਬੈਰੀਕੇਡ ਕੁਝ ਮਾਨੇ ਨਹੀਂ ਰੱਖਦੇ। ਤੇ ਕੀ ਕਹਿਣਾ ਚਾਹੋਗੇ ਜੀ ਅੱਜ ਦੀ ਮਹਾ ਪੰਚਾਇਤ ਜਿਹੜੀ ਵੱਡੀ ਹੋ ਰਹੀ ਆ ਮੁਜ਼ੱਫਰਨਗਰ ਤੋਂ ਬਾਅਦ ਸਾਰਿਆਂ ਦੀਆਂ ਨਿਗਾਹਾਂ ਅੱਜ ਕਰਨਾਲ ਦੇ ਵਿੱਚ ਟਿਕੀਆਂ ਹੋਈਆਂ ਜੀ? ਇੱਕ ਵਾਰੀ ਫੇਰ ਸਰਕਾਰ ਨੂੰ ਝੁਕਾਵਾਂਗੇ, ਇਹ ਯਕੀਨ ਹੈ। ਜਿਸ ਤਰ੍ਹਾਂ ਲੋਕਾਂ ਦਾ ਉਭਾਰ ਹੈ, ਜਿਸ ਤਰ੍ਹਾਂ ਸਾਰੇ ਇਹਦੇ ਖਿਲਾਫ ਰੋਸ ਹੈ ਐਡਮਿਨਿਸਟ੍ਰੇਸ਼ਨ ਦੇ ਖਿਲਾਫ, ਇਹ ਨਹੀਂ ਖੁੱਲੀ ਛੁੱਟੀ ਦਿੱਤੀ ਜਾ ਸਕਦੀ ਕਿਸੇ ਨੂੰ ਵੀ ਉਹ ਜੇ ਸਿਵਲ ਅਧਿਕਾਰੀ ਹੈ ਤਾਂ ਇਹ ਆਰਡਰ करे भी सिर फोड़ दो, टांगे तोड़ दो। ऐसा किसी को कानून किसी को इजाज़त नहीं देता। उसके खिलाफ पर्चा दर्ज होना ही चाहिए और करवा के मुड़ेंगे। पर्चा दर्ज करने की मुख्य मंग होगी जी? मुख्य मंग वही है। क्या कहना चाहेंगे जी आप? बड़ी संख्या से आज किसान करनाल में पहुंच रहे हैं, क्या अपील करोगे किसानों? देखिए, बड़ी संख्या में किसान करनाल में हमने बुलाए हैं क्योंकि कल हरियाणा सरकार का जो व्यवहार था बड़ा रूखा था, किसानों के प्रति गलत था। किसानों ने गुस्सा दिखाया। अब हमारे को मंडी तक जाने की उन्होंने इजाज़त दे दी है, वहाँ तक की बल्कि एक चेयरमैन अपॉइंट कर दिया है कि एसकेएम अगर आता है तो हम सरकार के साथ बिचौलिएपन की भूमिका निभाएंगे, सरकार के साथ बात करके इसके नमेड़ेंगे। मगर हमारी अभी भी हरियाणा के किसानों से या पंजाब के सभी किसान साथियों से प्रार्थना है, आप ज़्यादा संख्या में आइए, क्योंकि हमारा वैसे फोकस दिल्ली के बॉर्डर है। हमारा मात्र एक करनाल की घटना के लिए पंचायत है, पूरे आंदोलन के लिए नहीं है। करनाल के अंदर हमारा एक साथी शहीद हुआ है, उनको न्याय दिलाने के लिए हम लोग जा रहे हैं और हमें उम्मीद है कि हम हमारे किसान भाई को न्याय दिलाने में कामयाब होंगे। ਤਾਂ ਸੰਯੁਕਤ ਕਿਸਾਨ ਮੋਰਚੇ ਦੀ तमाम ਵੱਡੀ ਲੀਡਰਸ਼ਿਪ ਆ ਜਿਹੜੀ ਕਰਨਾਲ ਦੇ ਵਿੱਚ ਜਾ ਰਹੀ ਆ। ਅੱਜ ਕਰਨਾਲ ਦੇ ਵਿੱਚ ਐਸਡੀਐਮ ਨੇ ਦੇ ਵਿਰੁੱਧ ਪਰਚਾ ਦਰਜ ਕਰਾਉਣ ਦੇ ਲਈ ਜਿਹੜਾ ਮਹਾ ਪੰਚਾਇਤ ਹੋ ਰਹੀ ਆ, ਵੱਡੀ ਸੰਖਿਆ ਦੇ ਵਿੱਚ ਕਿਸਾਨ ਉੱਥੇ ਇਕੱਠੇ ਹੋ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਦੀ तमाम ਵੱਡੀ ਲੀਡਰਸ਼ਿਪ ਜਿਹੜੀ ਇੱਥੋਂ ਰਵਾਨਾ ਹੋ ਚੁੱਕੀ ਆ। ਰਕੇਸ਼ ਟਕੈਤ, ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨਪਾਲ ਜੀ, ਹਰਮੀਤ ਸਿੰਘ ਕਾਦੀਆਂ, ਮਨਜੀਤ ਸਿੰਘ ਰਾਏ, ਸਾਰੀ तमाम ਵੱਡੀ ਲੀਡਰਸ਼ਿਪ ਆ ਜਿਹੜੀ ਇੱਥੋਂ ਰਵਾਨਾ ਹੋ ਚੁੱਕੀ ਆ। ਕਰਨਾਲ ਦੇ ਵਿੱਚ ਅੱਜ ਵੱਡਾ ਦਿਨ ਰਹਿਣ ਵਾਲਾ ਕਿਸਾਨਾਂ ਦੇ ਲਈ ਸਾਰਿਆਂ ਦੀਆਂ ਨਿਗਾਹਾਂ ਕਰਨਾਲ ਮਹਾ ਪੰਚਾਇਤ ਟਿਕੀਆਂ ਹੋਈਆਂ ਨੇ। ਪ੍ਰਸ਼ਾਸਨ ਨੇ ਇੱਕ ਦਿਨ ਪਹਿਲਾਂ बड़ा सख्त रुख अपनाते होया नैट की जिथे इंटरनेट ਦੀਆਂ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ 144 ਵੀ ਜਿਹੜੀ ਲੱਗੀ ਗਈ ਆ, ਪਰ ਫਿਰ ਵੀ ਕਿਸਾਨ ਇਕੱਠੇ ਹੋ ਕੇ ਉੱਥੇ ਜਾ ਰਹੇ ਨੇ। ਤਾਂ ਦੇਖਣ ਵਾਲਾ ਹੋਊਗਾ ਕਰਨਾਲ ਦੇ ਵਿੱਚ ਅੱਜ ਕਿਸ ਤਰ੍ਹਾਂ ਦਾ ਦਿਨ ਰਹਿਣ ਵਾਲਾ। तमाम ਵੱਡੀ ਲੀਡਰਸ਼ਿਪ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ, ਉਹ ਇੱਥੋਂ ਰਵਾਨਾ ਹੋਣ ਦੇ ਲਈ ਜਿਹੜੀ ਤਿਆਰ ਨੇ। ਕਰਨਾਲ ਸਾਰਿਆਂ ਨੇ ਪਹੁੰਚਣਾ ਹੈਗਾ ਤੇ ਅਪੀਲ ਕੀਤੀ ਆ, तमाम ਲੀਡਰਸ਼ਿਪ ਨੇ ਅਪੀਲ ਕਿਸਾਨਾਂ ਨੂੰ ਕੀਤੀ ਆ ਕਿ ਸਾਰਿਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਹੀ ਰਹਿਣਾ ਹੈਗਾ, ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਕਰਨਾ ਹੈਗਾ। ਤਾਂ ਅੱਜ ਮੁਜ਼ੱਫਰਨਗਰ ਦੀ ਮਹਾ ਪੰਚਾਇਤ ਤੋਂ ਬਾਅਦ ਕਰਨਾਲ ਦੇ ਵਿੱਚ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ। ਕਰਨਾਲ ਦੇ ਵਿੱਚ ਕਿਸਾਨ ਵੱਡੀ ਮਹਾ ਪੰਚਾਇਤ ਕਰ ਰਹੇ ਨੇ। ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਵੀ ਜਿਹੜੇ ਸਖਤ ਰੁਖ ਅਪਣਾਉਣੇ ਸ਼ੁਰੂ ਕਰ ਦਿੱਤੇ ਨੇ। ਪ੍ਰਸ਼ਾਸਨ ਨੇ ਕਿਹਾਗਾ ਕਿ ਧਾਰਾ 144 ਵੀ ਲਾ ਦਿੱਤੀ ਹੈ ਤੇ ਨੈੱਟ ਵੀ ਬੰਦ ਕਰ ਦਿੱਤਾ ਗਿਆ। ਬਲਵੀਰ ਸਿੰਘ ਰਾਜੇਵਾਲ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਕਿ ਅੱਜ ਦੀ ਮਹਾ ਪੰਚਾਇਤ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਤੇ ਕਿਸਾਨਾਂ ਨੂੰ ਇਹਨਾਂ ਨੇ ਕੀ ਅਪੀਲ ਕਰਨੀ ਹੈਗੀ ਆ। ਤਾਂ ਰਾਜੇਵਾਲ ਸਾਹਿਬ ਜੀ, ਅੱਜ ਕਰਨਾਲ ਦੇ ਵਿੱਚ ਜੋ ਮਹਾ ਪੰਚਾਇਤ ਹੋਣੀ ਆ, ਪ੍ਰਸ਼ਾਸਨ ਨੇ ਕਿਹਾ ਕਿ 144 ਵੀ ਲਾ ਦਿੱਤੀ ਆ, ਨੈੱਟ ਵੀ ਬੰਦ ਕਰ ਦਿੱਤਾ ਤੇ ਕਿਹਾ ਕਿ ਲਾਅ ਐਂਡ ਆਰਡਰ ਨੂੰ ਅਸੀਂ ਪੂਰਾ ਮੇਨਟੇਨ ਰੱਖਣਾਗਾ। ਕੀ ਅਪੀਲ ਕਰੋਗੇ? ਦੇਖੋ, ਪ੍ਰਸ਼ਾਸਨ ਦਾ ਤਾਂ ਹਾਲ ਇਹ ਹੈ, ਨਾਲੇ ਚੋਰੀ ਨਾਲੇ ਸੀਨਾ ਚੋਰੀ, ਦੋਨੋਂ ਗੱਲਾਂ ਉਹ ਕਰ ਰਹੇ ਨੇ। ਉਹਨਾਂ ਦੇ ਹੱਥ 'ਚ ਲੋਕਾਂ ਨੇ ਵੋਟਾਂ ਪਾ ਕੇ ਗਲਤੀ ਕਰ ਲਈ, ਸਰਕਾਰ ਦੀ ਸੱਤਾ ਹਾਸਲ ਹੋ ਗਈ, ਇਸ ਕਰਕੇ ਲੋਕਾਂ ਦਾ ਮੂੰਹ ਬੰਦ ਕਰਨਾ ਚਾਹੁੰਦੇ ਨੇ, ਲੋਕਾਂ ਦੀ ਮੂਵਮੈਂਟਸ ਬੰਦ ਕਰਨਾ ਚਾਹੁੰਦੇ ਨੇ। ਅਸੀਂ ਜਿਹੜਾ ਪ੍ਰੋਗਰਾਮ ਉਲੀਕਿਆ ਹੈ ਟੋਟਲੀ ਪੀਸਫੁਲ ਹੋਏਗਾ। ਅੱਜ ਤੱਕ ਹਮੇਸ਼ਾ ਅਸੀਂ ਪੀਸਫੁਲ ਰਹੇ ਹਾਂ। ਪਿਛਲੀ ਵਾਰੀ ਕਰਨਾਲ ਐਡਮਿਨਿਸਟ੍ਰੇਸ਼ਨ ਨੇ ਜਾਣ ਬੁੱਝ ਕੇ ਜਿਵੇਂ ਕਿਸਾਨਾਂ ਤੇ ਲਾਠੀਆਂ ਵਰਾਈਆਂ ਔਰ ਉਹਦੇ 'ਚ ਇੱਕ ਕਿਸਾਨ ਸ਼ਹੀਦ ਵੀ ਹੋਇਆ, ਤੇ ਉਹਦਾ ਜੇ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤਾਂ ਇਹਦੀ ਤਾਂ ਬਹੁਤ ਸਖਤ ਸ਼ਬਦਾਂ 'ਚ ਨਿੰਦਾ ਕਰਨੀ ਬਣਦੀ ਹੈ। ਅੱਜ ਸਾਰੇ ਐਸਕੇਐਮ ਦੇ ਲੀਡਰਸ ਸਾਰੇ ਉੱਥੇ ਜਾਣਗੇ ਔਰ ਸਾਡੀ ਸਾਰਿਆਂ ਦੀ ਇਹ ਮੁੱਢਲਾ ਫੈਸਲਾ ਹੈ ਵੀ ਅਸੀਂ ਇਹਨੂੰ ਪੀਸਫੁਲ ਰੱਖਣਾ। ਜੋ ਵੀ ਹੈ, ਕਿਸੇ ਵੀ ਹਾਲਤ ਵਿੱਚ ਐਡਮਿਨਿਸਟ੍ਰੇਸ਼ਨ ਕੋਈ ਜ਼ਿਆਦਤੀ ਕਰੇ ਤਾਂ ਵੀ ਅਸੀਂ ਪੀਸਫੁਲ ਰਹਾਂਗੇ। ਜੀ, ਲੱਗਦਾ ਕਿ ਜੀ ਨੈੱਟ ਵੀ ਬੰਦ ਕਰ ਦਿੱਤਾ ਗਿਆ ਜੀ 24 ਘੰਟਿਆਂ ਦੇ ਲਈ, ਪਰ ਇੰਨਾ ਸਖਤ ਕਿਉਂ ਹੋਇਆ ਜੀ ਪ੍ਰਸ਼ਾਸਨ? ਅਸਲ 'ਚ ਵਿਨਾਸ਼ਕਾਲ ਵਿਪਰੀਤ ਬੁੱਧੀ ਵਾਲੀ ਗੱਲ ਹੈ ਤੇ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਲੋਕਾਂ ਦੇ ਇੱਛਾਵਾਂ ਦੇ ਉਲਟ ਜਾ ਰਹੇ ਨੇ। ਜਿਹੜੀ ਵੀ ਸਰਕਾਰ ਕੋਈ ਲੋਕਾਂ ਦੇ ਇੱਛਾਵਾਂ ਦੇ ਉਲਟ ਜਾਏਗੀ ਤਾਂ ਇਹ ਠੀਕ ਹੈ, ਵਕਤੀ ਤੌਰ 'ਤੇ ਤਾਂ ਉਹ ਆਪਣੇ ਆਪ ਨੂੰ ਧਰਵਾਸ ਦੇ ਲੈਣਗੇ ਵੀ ਅਸੀਂ ਬੜੇ ਤੀਸਮਾਰ ਖਾਂ, ਪਰ ਲੋਕਾਂ ਦੇ ਮਨਾਂ ਵਿੱਚ ਜਿਹੜੀ ਨਫ਼ਰਤ ਉਹਨਾਂ ਪ੍ਰਤੀ ਬੈਠ ਜਾਏਗੀ, ਉਹ ਅਗਲੀ ਵਾਰੀ ਫਿਰ ਸੱਤਾ 'ਚ ਆਉਣ ਦਾ ਸੁਪਨਾ ਵੀ ਨਾ ਸੋਚਣ। ਤਾਂ ਮੁਜ਼ੱਫਰਨਗਰ ਦੀ ਵੱਡੀ ਰੈਲੀ ਹੋਈ ਆ, ਉਸ ਤੋਂ ਬਾਅਦ ਕੀ ਲੱਗਦਾ ਹੈਗਾ ਸਰਕਾਰ ਤੇ ਕਿੰਨਾ ਕੁ ਪ੍ਰਭਾਵ ਪਾਉਣ ਦੇ ਵਿੱਚ ਤੁਸੀਂ ਸਫਲ ਹੋਏ ਹੋ? ਦੇਖੋ ਜੀ, ਸਰਕਾਰ ਨੇ ਸੋਚਣਾ ਹੈ। ਸਰਕਾਰ ਨੂੰ ਅਸੀਂ ਇਹ ਦਰਸਾਤਾ ਵੀ ਸਾਰੇ ਦੇਸ਼ ਦਾ ਕਿਸਾਨ ਇਕੱਠਾ ਹੈ। ਮੁਜ਼ੱਫਰਨਗਰ 'ਚ ਸਾਰੇ ਸੂਬਿਆਂ ਦੇ ਵਿੱਚੋਂ ਕਿਸਾਨ ਆਏ ਹੋਏ ਸੀ ਤੇ ਲੀਡਰਸ ਆਏ ਹੋਏ ਸੀ, ਤੇ ਇਹ ਜਿਹੜਾ ਉਹ ਕਹਿੰਦੇ ਸੀ ਇਹ ਪੰਜਾਬ ਦਾ ਹੀ ਅੰਦੋਲਨ ਹੈ, ਪੰਜਾਬ ਹਰਿਆਣੇ ਦਾ ਹੀ ਅੰਦੋਲਨ ਹੈ,
ਹੁਣ ਉਹ ਨਹੀਂ ਕਹਿ ਸਕਣਗੇ। ਔਰ ਇਹ ਤੋਂ ਵੀ ਅਗਲੀ ਗੱਲ ਇਹ ਵੀ ਉਹਨਾਂ ਨੂੰ ਸਮਝਣਾ ਪਏਗਾ ਵੀ ਜਦੋਂ ਸਾਰੇ ਦੇਸ਼ ਦੇ ਕਿਸਾਨ ਲੀਡਰ ਇੱਥੇ ਆ ਕੇ, ਸਾਰੇ ਕਿਸਾਨਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸਾਊਥ ਦੀਆਂ ਸਟੇਟਾਂ ਵਿੱਚੋਂ ਆ ਕੇ ਇੱਥੇ ਸ਼ਾਮਲ ਹੁੰਦੇ ਨੇ, ਇਹਦਾ ਮਤਲਬ ਕੀ? ਇਹਦਾ ਮਤਲਬ ਇਹ ਹੈ ਵੀ ਸਾਰੇ ਦੇਸ਼ ਵਿੱਚ ਕਿਸਾਨ ਇੱਕ ਮੁੱਠ ਹੈ ਔਰ ਉਹ ਆਪਣੀਆਂ ਮੰਗਾਂ ਤੇ ਅੜਿਆ ਹੋਇਆ। ਸਰਕਾਰ ਆਪਣੀ ਸਰਕਾਰੀਅਤ ਦਾ ਰੋਬ ਦਿਖਾਉਂਦੀ ਹੈ, ਹੋਰ ਇਹ ਤੋਂ ਵੱਧ ਕੁਝ ਨਹੀਂ। ਜਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਮਹਾਪੰਚਾਇਤ ਕਰ ਰਹੇ ਹੋ ਜੀ, ਡੀਸੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾਗਾ ਕਿ ਉਹ ਮੰਗਾਂ ਜਿਹੜੀਆਂ ਜਾਇਜ਼ ਹੈ ਉਹ ਤਾਂ ਮੰਗ ਲਈਆਂ ਜਾਣਗੀਆਂ, ਪਰ ਕਿਸਾਨ ਜਿਹੜੇ ਜ਼ਿਆਦਾ ਲੋੜ ਤੋਂ ਵੱਧ ਜਿਹੜੀਆਂ ਮੰਗਾਂ ਮੰਨ ਰਹੇ ਨੇ ਉਹਦੇ ਬਾਰੇ ਕੀ ਕਹੋਗੇ? ਮੈਨੂੰ ਇੱਕ ਦੱਸਿਓ ਵੀ ਸਾਡੇ ਸੰਵਿਧਾਨ 'ਚ ਕਿੱਥੇ ਲਿਖਿਆ ਹੈ ਵੀ ਕੋਈ ਕਿ ਇੱਕ ਸਿਵਲ ਅਫਸਰ ਪੁਲਿਸ ਨੂੰ ਇਹ ਹਦਾਇਤਾਂ ਦੇਵੇ ਵੀ ਜਿਹੜਾ ਲਾਈਨ ਟੱਪੇ ਉਹਨੂੰ ਉਹਦੇ ਸਿਰ ਪਾੜ ਦਿਓ, ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਦਿਓ। ਇਹ ਅਧਿਕਾਰ ਉਹਨਾਂ ਨੂੰ ਕਿਹਨੇ ਦਿੱਤਾ ਹੈ? ਤੇ ਜਿਹੜੀਆਂ ਇਹ ਕੀ ਇਹ ਨਾਜਾਇਜ਼ ਹੈ, ਇਹਦੇ ਖਿਲਾਫ ਆਵਾਜ਼ ਉਠਾਉਣਾ। ਤੋ ਅੱਜ ਦਾ ਜਿਹੜਾ ਵਿਰੋਧ ਆ ਉਹ ਸਿਰਫ ਐਸਡੀਐਮ ਨੇ ਜਿਹੜਾ ਜ਼ਿਆਦਤੀ ਕੀਤੀ ਆ ਔਰ ਉਹਨੇ ਲੋਕਾਂ ਦੇ ਸਿਰ ਪੜਵਾਏ ਨੇ, ਉਹਦੇ ਖਿਲਾਫ ਮੁਕੱਦਮਾ ਦਰਜ ਕਰਾਉਣ ਦੀ ਹੈ। ਤਾਂ ਰਾਜਾ ਸਾਹਿਬ, ਅੱਜ ਇੱਕ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਪਹੁੰਚ ਰਹੇ ਨੇ, ਅਪੀਲ ਕੀ ਹੋਊ ਜੀ ਕਿਸਾਨ ਜਿਹੜੇ ਉੱਥੇ ਪਹੁੰਚ ਰਹੇ ਨੇ? ਕਿਸਾਨਾਂ ਨੂੰ ਅਪੀਲ ਇਹੋ ਹੈ ਵੀ ਜੋ ਮਰਜ਼ੀ ਹੋਵੇ, ਹਰ ਹਾਲਤ ਵਿੱਚ ਸ਼ਾਂਤਮਈ ਰਹਿਣਾ, ਸ਼ਾਂਤਮਈ ਰਹਿ ਕੇ ਦਾਣਾ ਮੰਡੀ 'ਚ ਪਹੁੰਚਣਾ, ਕੋਈ ਕਿਤੇ ਟਕਰਾਓ ਨਹੀਂ ਕਰਨਾ। ਜੇ ਪੁਲਿਸ ਜ਼ਿਆਦਤੀ ਕਰਦੀ ਹੈ ਤਾਂ ਆਪਣੇ ਪਿੰਡੇ ਤੇ ਹੋਰ ਲਾਠੀਆਂ ਸਹਿਣੀਆਂ ਨੇ, ਉਹਨਾਂ ਤੇ ਹੱਥ ਨਹੀਂ ਚੱਕਣਾ। ਧੰਨਵਾਦ, ਮਿਹਰਬਾਨੀ। ਤਾਂ ਹਰਮੀਤ ਸਿੰਘ ਕਾਦੀਆਂ ਵੀ ਸਾਡੇ ਨਾਲ ਮੌਜੂਦ ਨੇ, ਨੌਜਵਾਨ ਚਿਹਰੇ ਨੇ। ਕੀ ਕਹਿਣਾ ਚਾਹੋਗੇ? ਅੱਜ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ, ਪ੍ਰਸ਼ਾਸਨ ਨੇ ਸਖਤ ਰੁਖ ਅਪਣਾਇਆ ਹੈਗਾ, ਕੀ ਲੱਗਦਾ? ਦੇਖੋ, ਪ੍ਰਸ਼ਾਸਨ ਨੇ ਭਲਾ ਬੇਸ਼ੱਕ ਸਖਤ ਰੁਖ ਅਪਣਾਇਆ। ਸਾਡੇ ਐਸਕੇਐਮ ਵੱਲੋਂ ਹੁਣ ਸਾਰੇ ਲੀਡਰ ਇੱਥੋਂ ਜਾ ਰਹੇ ਨੇ, ਪੰਜਾਬ ਦੇ ਵੀ ਸਾਰੇ ਲੀਡਰ ਜਾ ਰਹੇ ਨੇ, ਤੇ ਉਹ ਇਸ ਕਰਕੇ ਜਾ ਰਹੇ ਆ ਵੀ ਜਿਹੜੀ ਸਾਡੀ ਮੂਵਮੈਂਟ ਆ, ਜਿਹਦਾ ਨਾਮ ਹੀ ਹੁਣ ਸ਼ਾਂਤਮਈ ਮੂਵਮੈਂਟ ਬਣ ਚੁੱਕਿਆ, ਉਹਨੂੰ ਅਸੀਂ ਸਥਿਰ ਰੱਖਣਾ ਤੇ ਆਉਣ ਵਾਲਾ ਸਮੇਂ ਦੇ ਵਿੱਚ ਇਸ ਮੂਵਮੈਂਟ ਖਰਾਬ ਨਾ ਹੋਵੇ। ਕਿਉਂਕਿ ਆਪਾਂ ਤਿੰਨ ਕਾਨੂੰਨਾਂ ਦੀ ਜਿਹੜੀ ਲੜਾਈ ਲੜ ਰਹੇ ਹਾਂ, ਐਮਐਸਪੀ ਦੇ ਉੱਤੇ ਕਾਨੂੰਨ ਬਣਾਉਣ ਦੀ ਲੜਾਈ ਲੜ ਰਹੇ ਹਾਂ, ਵੀ ਉਹਨੂੰ ਢਾਹ ਨਾ ਲੱਗੇ। ਪਰ ਨਾਲ ਜਿੱਥੇ ਜਾਇਤੀਆਂ ਹੋ ਰਹੀਆਂ ਨੇ, ਉੱਥੇ ਐਨ ਉਹਨਾਂ ਦੇ ਮੋਢੇ ਨਾਲ ਮੋਢਾ ਡਾੜ ਕੇ ਖੜੇ ਆ। ਹਰਿਆਣੇ ਨਾਲ ਜਾਤੀ ਹੋਈ ਆ ਤੇ ਸਾਰਾ ਪੂਰਾ ਭਾਰਤ ਉਹਨਾਂ ਦੇ ਨਾਲ ਖੜਾ ਵਾ। ਤਾਂ ਤੁਸੀਂ ਨੌਜਵਾਨ ਹੋ ਜੀ, ਕੀ ਅਪੀਲ ਕਰੋਗੇ ਨੌਜਵਾਨਾਂ ਨੂੰ? ਬਿਲਕੁਲ ਆਹੀ ਅਪੀਲ ਕਰਾਂਗੇ ਵੀ ਆਪਾਂ ਹੱਕਾਂ ਲਈ ਨਿਕਲਣਾ, ਸੜਕਾਂ ਤੇ ਆਓ। ਉੱਥੇ ਹੁਣ ਦਾਣਾ ਮੰਡੀ ਪ੍ਰੋਗਰਾਮ ਰੱਖਿਆ, ਉਹ ਆਪਣਾ ਆਉਣਾ ਫਰਜ਼ ਹੈ, ਕੌਂਸਟੀਟਿਊਸ਼ਨਲੀ ਹੱਕ ਆ, ਪਰ ਆਪਾਂ ਇਹਨੂੰ ਪੀਸਫੁਲ ਬਣਾ ਕੇ ਰੱਖੀਏ, ਵੀ ਆਪਣੀ ਏਕਤਾ ਦਿਖਾਈਏ। ਜਿਵੇਂ ਯੂਪੀ ਦੀ ਆਪਾਂ ਮਹਾਪੰਚਾਇਤ ਇੱਕ ਦਿਖਾ ਕੇ ਅੱਖਾਂ ਖੋਲੀਆਂ ਨੇ, ਇੱਥੇ ਜੇ ਵੱਡੀ ਪੰਚਾਇਤ ਆਪਾਂ ਇਕੱਠੀ ਕਰਦੇ ਹਾਂ, ਆਪਣਾ ਪ੍ਰੈਸ਼ਰ ਪਾਉਂਦੇ ਹਾਂ, ਜਿਹੜੇ ਆਪਾਂ ਰੱਖਿਆ ਹੱਕ ਵੀ ਐਸਡੀਐਮ ਦੇ ਉਲਟ ਕੇਸ ਕਰਨ ਦਾ, ਉਹ ਆਪਾਂ ਸਫਲ ਬਣਾਈਏ। ਤਾਂ ਕਰਨਾਲ ਦੇ ਵਿੱਚ ਮਹਾਪੰਚਾਇਤ ਅੱਜ ਰੱਖੀ ਗਈ ਆ। ਸੰਯੁਕਤ ਕਿਸਾਨ ਮੋਰਚੇ ਦੀ ਤਮਾਮ ਵੱਡੀ ਲੀਡਰਸ਼ਿਪ ਜਿਹੜੀ ਇੱਥੋਂ ਰਵਾਨਾ ਹੋ ਰਹੀ ਹੈ। ਰਾਕੇਸ਼ ਟਕੈਤ ਜੀ, ਬਲਵੀਰ ਸਿੰਘ ਰਾਜੇਵਾਲ ਅਤੇ ਤਮਾਮ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਲੀਡਰਸ਼ਿਪ ਆ ਜਿਹੜੀ ਮੌਜੂਦਾ ਅੱਜ ਕਰਨਾਲ ਦੇ ਵਿੱਚ ਮਹਾਪੰਚਾਇਤ ਹੋ ਰਹੀ ਹੈ। ਤਾਂ ਪ੍ਰਸ਼ਾਸਨ ਨੇ ਵੀ ਸਖਤ ਰੁਖ ਜਿਹੜਾ ਅਪਣਾਇਆ ਹੈਗਾ। ਰਾਕੇਸ਼ ਟਕੈਤ ਸਾਡੇ ਨਾਲ ਮੌਜੂਦ ਨੇ। टकैत साहब, क्या लगता है जी करनाल में महापंचायत हो रही है, प्रशासन कह रहा है कि हम लॉ एंड ऑर्डर को जो मेंटेन रखेंगे, किसानों को उन्होंने बार बार अपील की है कि शांतमय रहिए, क्या कहना चाहिए? हाँ, तो शांति से ही रहेंगे, हम क्या को क्रांति करने वहाँ पर जा रहे हैं। हम तो शांति से ही करेंगे, प्रशासन से बात करेंगे। तो हमारे सारे लीडर्स वहाँ पर जा रहे हैं, तो प्रशासन से बातचीत करेंगे हम, तो शांति से ही तो करेंगे हम। और क्या लगता है नेट भी बंद कर दिया गया, 144 धारा लगा दी। भाई नेट वेट तो सब उनके हाथ में ही तो है। हमने जब ही तो कहा कि कैमरा और कलम पर नेटिंग सिस्टम पे सब बंदूक का पहरा है, तो वे कर देते हैं बंद। तो मुजफ्फरनगर की रैली बहुत सफल रही, क्या लगता है सरकार में प्रभाव पड़ेगा? पता नहीं, दबाव का तो पता नहीं भाई पड़ेगा नहीं पड़ेगा। अगर श्रमदार सरकार होगी तो दबाव पड़ेगा, और बेशरम होगी तो भाई उनका तो कोई इलाज हमारे पे है नहीं। आज क्या अपील करोगे किसानों के? किसान बहुत बड़ी संख्या से पहुंच रहे हैं। बातचीत करेंगे, वहाँ किसानों के बीच में चले जाएं, तो फिर बैठा के सब अपना सलाह मशवरा करेंगे। क्या खास रहेगा जी आज की महापंचायत में? देखो, मेन तो वहाँ पे सरकार से तो बात नहीं होनी, प्रशासनिक अधिकारी से बात होनी है। सारे हमारे लीडर्स वहाँ पे हैं, प्रशासनिक अधिकारी से बातचीत कर कर जो मामला है अपनी बात हम उनके सामने रखेंगे। क्या लगता है प्रशासनिक अधिकारी आपकी बात सुनेंगे? बात तो करनी चाहिए उनको भाई। जब जाएंगे सारे जत्थेबंदी के लोग वहाँ पर जा रहे हैं, तो बातचीत तो करेंगे, और बात सुनना भी उनको चाहिए। ਤਾਂ ਰਾਏ ਸਾਹਿਬ, ਕੀ ਕਹਿਣਾ ਚਾਹੋਗੇ ਜੀ ਤੁਸੀਂ? ਅੱਜ ਮਹਾਪੰਚਾਇਤ ਹੋ ਰਹੀ ਆ, ਪ੍ਰਸ਼ਾਸਨ ਨੇ ਸਖਤ ਰੁਖ ਅਪਣਾਇਆ। ਵੇਖੋ, ਇਹ ਸਰਕਾਰ ਦੀ ਪਾਲਿਸੀ ਹੁੰਦੀ ਹੈ ਕਿ ਕਿਸੇ ਵੀ ਅੰਦੋਲਨ ਨੂੰ, ਕਿਸੇ ਪ੍ਰੋਟੈਸਟ ਨੂੰ ਕਮਜ਼ੋਰ ਕਰਨ ਲਈ ਦਫਾ 144 ਲਾ ਦੇਣੀ, ਔਰ ਇਹ ਗੱਲ ਮੰਨਣੀ ਨਹੀਂ ਜਿਹੜੀ, ਕਿਉਂਕਿ ਹੁਣ ਐਸਡੀਐਮ ਜਿਹੜਾ ਹੈ, ਉਹ ਕਿਸੇ ਐਸਡੀਐਮ ਨੂੰ ਅਧਿਕਾਰ ਨਹੀਂ ਹੈ ਕਿ ਐਸਡੀਐਮ ਜਿਹੜਾ ਆਰਡਰ ਕਰੇ ਕਿ ਸਿਰ ਫੋੜ ਦਿਓ। ਇੱਕ ਆਦਮੀ ਦਾ ਉਹਦੇ ਸਮਝ ਲਓ ਕਤਲ ਹੋਇਆ, ਸ਼ਹੀਦ ਹੋਏ ਨੇ। ਸੋ ਉਹ ਮੈਂ ਸਮਝਦਾ ਕਿ ਉਹ ਸਰਕਾਰ ਤੋਂ ਜਿਹੜੀ ਮੰਗ ਕੀਤੀ ਗਈ ਆ ਵੀ ਉਹਨੂੰ 302 ਦਾ ਪਰਚਾ ਦਰਜ ਕੀਤਾ ਜਾਵੇ, ਸਰਕਾਰ ਨੂੰ ਦਰਜ ਕਰਨਾ ਚਾਹੀਦਾ। ਸੋ ਇਹ ਅੱਜ ਦੀ ਜਿਹੜੀ ਸਾਡੀ ਉੱਥੇ ਹੋਣ ਜਾ ਰਹੀ ਆ ਮੰਡੀ ਦੇ ਵਿੱਚ ਇਕੱਠ, ਉਹ ਇਸੇ ਹੀ ਹੈਗਾ। ਬਾਕੀ ਦੀ ਜਿਹੜੀ ਉੱਥੇ ਰਹਿ ਹੋਗੀ, ਸਾਰੇ ਸਾਥੀ ਇਕੱਠੇ ਹੋ ਕੇ ਉਹਦੇ ਕਰਾਂਗੇ।
है नहीं। ਤਾਂ ਡਾਕਟਰ ਸਾਹਿਬ ਕੀ ਲੱਗਦਾ ਜੀ ਅੱਜ ਸਾਰੀ तमाम ਵੱਡੀ ਲੀਡਰਸ਼ਿਪ ਜਿਹੜੀ ਇਕੱਠੀ ਹੋਈ ਆ ਕਰਨਾਲ ਦੇ ਵਿੱਚ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ, ਕੀ ਲੱਗਦਾ ਕੀ ਕੁਝ ਖਾਸ ਰਹੂਗਾ ਜੀ? ਦੇਖੋ ਮੇਰੇ ਮੁਤਾਬਕ ਤਾਂ ਜਿਹੜੀ ਲੀਡਰਸ਼ਿਪ ਸਾਡੀ ਟੌਪ ਲੀਡਰਸ਼ਿਪ ਤੇ ਟਕੈਤ ਸਾਹਿਬ ਨੇ, ਰਾਜੇਵਾਲ ਸਾਹਿਬ ਨੇ, ਕਾਦੀਆਂ ਸਾਹਿਬ ਨੇ, ਕੌਤ ਨੇ, ਜਦੋਂ ਇਹ ਲੀਡਰਸ਼ਿਪ ਜਿਹਦੀ ਅਗਵਾਈ ਕਰਨ ਲਈ ਜਾ ਰਹੀ ਹੈ ਇਹਦੇ 'ਚ 100% ਮੈਂ ਇਸ ਗੱਲ ਦਾ ਵਿਸ਼ਵਾਸ ਹੈ ਕਿ ਕਰਨਾਲ ਪ੍ਰਸ਼ਾਸਨ ਨੂੰ ਨਹੀਂ, ਹਰਿਆਣਾ ਸਰਕਾਰ ਨੂੰ ਝੁਕਣਾ ਪੈਣਾ ਔਰ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਮੰਨਣਾ ਪੈਣਾ। ਔਰ ਜੋ ਉਹਨਾਂ ਨੇ ਰਾਤ ਸਾਨੂੰ ਦੰਦ ਜੇ ਦਿਖਾਉਣੇ ਸ਼ੁਰੂ ਕੀਤੇ ਸੀ ਉਹ ਰਾਤੋਂ ਰਾਤ ਕਿਸਾਨਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਉਹ ਖੱਟੇ ਕਰਤੇ ਉਹਨਾਂ ਦੇ ਦੰਦ। ਐਂਡ ਵੀ ਆਰ ਗੋਇੰਗ ਦੇਅਰ। ਹੁਣ ਜੋਸ਼ ਖਰੋਸ਼ ਨਾਲ ਸਾਰੇ ਕਿਸਾਨ ਲੋਕ ਜਾ ਰਹੇ ਨੇ। ਹਰਿਆਣਾ 'ਚ ਕੌਤ ਸਾਹਿਬ ਨੇ, ਗੁਰਨਾਮ ਚੜੂਨੀ ਜੀ ਨੇ, ਵੱਡੀ ਗਿਣਤੀ 'ਚ ਹਰਿਆਣਾ 'ਚ ਲੋਕ ਚੱਲ ਪਏ ਹੋਏ ਨੇ। ਰਾਜਾ ਸਾਹਿਬ ਕੀ ਲੱਗਦਾ ਹੈਗਾ ਜੀ ਬੈਰੀਕੇਡਿੰਗ ਦੀ ਵੀ ਗੱਲ ਜਿਹੜੀ ਸਾਹਮਣੇ ਆ ਰਹੀ ਆ, ਤਾਂ ਜੇਕਰ ਬੈਰੀਕੇਡਿੰਗ ਕਰਕੇ ਰੋਕਦੇ ਆ ਤੁਹਾਨੂੰ ਤਾਂ ਫਿਰ ਕੀ ਐਕਸ਼ਨ ਹੋਊਗਾ ਜੀ? ਨਹੀਂ, ਇਹ ਸਰਕਾਰਾਂ ਇਹੋ ਜਿਹਾ ਕੁਝ ਕਰਦੀਆਂ ਹੀ ਹੁੰਦੀਆਂ। ਜਦੋਂ ਲੋਕਾਂ ਦਾ ਹੜ੍ਹ ਆਉਂਦਾ ਫਿਰ ਬੈਰੀਕੇਡ ਕੁਝ ਮਾਨੇ ਨਹੀਂ ਰੱਖਦੇ। ਤੇ ਕੀ ਕਹਿਣਾ ਚਾਹੋਗੇ ਜੀ ਅੱਜ ਦੀ ਮਹਾ ਪੰਚਾਇਤ ਜਿਹੜੀ ਵੱਡੀ ਹੋ ਰਹੀ ਆ ਮੁਜ਼ੱਫਰਨਗਰ ਤੋਂ ਬਾਅਦ ਸਾਰਿਆਂ ਦੀਆਂ ਨਿਗਾਹਾਂ ਅੱਜ ਕਰਨਾਲ ਦੇ ਵਿੱਚ ਟਿਕੀਆਂ ਹੋਈਆਂ ਜੀ? ਇੱਕ ਵਾਰੀ ਫੇਰ ਸਰਕਾਰ ਨੂੰ ਝੁਕਾਵਾਂਗੇ, ਇਹ ਯਕੀਨ ਹੈ। ਜਿਸ ਤਰ੍ਹਾਂ ਲੋਕਾਂ ਦਾ ਉਭਾਰ ਹੈ, ਜਿਸ ਤਰ੍ਹਾਂ ਸਾਰੇ ਇਹਦੇ ਖਿਲਾਫ ਰੋਸ ਹੈ ਐਡਮਿਨਿਸਟ੍ਰੇਸ਼ਨ ਦੇ ਖਿਲਾਫ, ਇਹ ਨਹੀਂ ਖੁੱਲੀ ਛੁੱਟੀ ਦਿੱਤੀ ਜਾ ਸਕਦੀ ਕਿਸੇ ਨੂੰ ਵੀ ਉਹ ਜੇ ਸਿਵਲ ਅਧਿਕਾਰੀ ਹੈ ਤਾਂ ਇਹ ਆਰਡਰ करे भी सिर फोड़ दो, टांगे तोड़ दो। ऐसा किसी को कानून किसी को इजाज़त नहीं देता। उसके खिलाफ पर्चा दर्ज होना ही चाहिए और करवा के मुड़ेंगे। पर्चा दर्ज करने की मुख्य मंग होगी जी? मुख्य मंग वही है। क्या कहना चाहेंगे जी आप? बड़ी संख्या से आज किसान करनाल में पहुंच रहे हैं, क्या अपील करोगे किसानों? देखिए, बड़ी संख्या में किसान करनाल में हमने बुलाए हैं क्योंकि कल हरियाणा सरकार का जो व्यवहार था बड़ा रूखा था, किसानों के प्रति गलत था। किसानों ने गुस्सा दिखाया। अब हमारे को मंडी तक जाने की उन्होंने इजाज़त दे दी है, वहाँ तक की बल्कि एक चेयरमैन अपॉइंट कर दिया है कि SKM अगर आता है तो हम सरकार के साथ बिचौलिएपन की भूमिका निभाएंगे, सरकार के साथ बात करके इसको निमेड़ेंगे। मगर हमारी अभी भी हरियाणा के किसानों से या पंजाब के सभी किसान साथियों से प्रार्थना है, आप ज़्यादा संख्या में आइए, क्योंकि हमारा वैसे फोकस दिल्ली के बॉर्डर है। हमारा मात्र एक करनाल की घटना के लिए पंचायत है, पूरे आंदोलन के लिए नहीं है। करनाल के अंदर हमारा एक साथी शहीद हुआ है, उनको न्याय दिलाने के लिए हम लोग जा रहे हैं और हमें उम्मीद है कि हम हमारे किसान भाई को न्याय दिलाने में कामयाब होंगे। ਤਾਂ ਸੰਯੁਕਤ ਕਿਸਾਨ ਮੋਰਚੇ ਦੀ तमाम ਵੱਡੀ ਲੀਡਰਸ਼ਿਪ ਆ ਜਿਹੜੀ ਕਰਨਾਲ ਦੇ ਵਿੱਚ ਜਾ ਰਹੀ ਆ। ਅੱਜ ਕਰਨਾਲ ਦੇ ਵਿੱਚ SDM ਨੇ ਦੇ ਵਿਰੁੱਧ ਪਰਚਾ ਦਰਜ ਕਰਾਉਣ ਦੇ ਲਈ ਜਿਹੜਾ ਮਹਾ ਪੰਚਾਇਤ ਹੋ ਰਹੀ ਆ, ਵੱਡੀ ਸੰਖਿਆ ਦੇ ਵਿੱਚ ਕਿਸਾਨ ਉੱਥੇ ਇਕੱਠੇ ਹੋ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਦੀ तमाम ਵੱਡੀ ਲੀਡਰਸ਼ਿਪ ਜਿਹੜੀ ਇੱਥੋਂ ਰਵਾਨਾ ਹੋ ਚੁੱਕੀ ਹੈ। ਰਾਕੇਸ਼ ਟਕੈਤ, ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨਪਾਲ ਜੀ, ਹਰਮੀਤ ਸਿੰਘ ਕਾਦੀਆਂ, ਮਨਜੀਤ ਸਿੰਘ ਰਾਏ, ਸਾਰੀ तमाम ਵੱਡੀ ਲੀਡਰਸ਼ਿਪ ਆ ਜਿਹੜੀ ਇੱਥੋਂ ਰਵਾਨਾ ਹੋ ਚੁੱਕੀ ਆ। ਕਰਨਾਲ ਦੇ ਵਿੱਚ ਅੱਜ ਵੱਡਾ ਦਿਨ ਰਹਿਣ ਵਾਲਾ ਕਿਸਾਨਾਂ ਦੇ ਲਈ ਸਾਰਿਆਂ ਦੀਆਂ ਨਿਗਾਹਾਂ ਕਰਨਾਲ ਮਹਾ ਪੰਚਾਇਤ ਟਿਕੀਆਂ ਹੋਈਆਂ ਨੇ। ਪ੍ਰਸ਼ਾਸਨ ਨੇ ਇੱਕ ਦਿਨ ਪਹਿਲਾਂ बड़ा सख्त रुख अपनाते हुए नैट की जिथे इंटरनेट ਦੀਆਂ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ, ਇਸ ਤੋਂ ਇਲਾਵਾ 144 ਵੀ ਜਿਹੜੀ ਲੱਗੀ ਗਈ ਆ, ਪਰ ਫਿਰ ਵੀ ਕਿਸਾਨ ਇਕੱਠੇ ਹੋ ਕੇ ਉੱਥੇ ਜਾ ਰਹੇ ਨੇ। ਤਾਂ ਦੇਖਣ ਵਾਲਾ ਹੋਊਗਾ ਕਰਨਾਲ ਦੇ ਵਿੱਚ ਅੱਜ ਕਿਸ ਤਰ੍ਹਾਂ ਦਾ ਦਿਨ ਰਹਿਣ ਵਾਲਾ। तमाम ਵੱਡੀ ਲੀਡਰਸ਼ਿਪ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ, ਉਹ ਇੱਥੋਂ ਰਵਾਨਾ ਹੋਣ ਦੇ ਲਈ ਜਿਹੜੀ ਤਿਆਰ ਨੇ। ਕਰਨਾਲ ਸਾਰਿਆਂ ਨੇ ਪਹੁੰਚਣਾ ਹੈਗਾ ਤੇ ਅਪੀਲ ਕੀਤੀ ਆ, तमाम ਲੀਡਰਸ਼ਿਪ ਨੇ ਅਪੀਲ ਕਿਸਾਨਾਂ ਨੂੰ ਕੀਤੀ ਆ ਕਿ ਸਾਰਿਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਹੀ ਰਹਿਣਾ ਹੈਗਾ, ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਕਰਨਾ ਹੈਗਾ। ਤਾਂ ਅੱਜ ਮੁਜ਼ੱਫਰਨਗਰ ਦੀ ਮਹਾ ਪੰਚਾਇਤ ਤੋਂ ਬਾਅਦ ਕਰਨਾਲ ਦੇ ਵਿੱਚ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ। ਕਰਨਾਲ ਦੇ ਵਿੱਚ ਕਿਸਾਨ ਵੱਡੀ ਮਹਾ ਪੰਚਾਇਤ ਕਰ ਰਹੇ ਨੇ। ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਵੀ ਜਿਹੜੇ ਸਖਤ ਰੁਖ ਅਪਣਾਉਣੇ ਸ਼ੁਰੂ ਕਰ ਦਿੱਤੇ ਨੇ। ਪ੍ਰਸ਼ਾਸਨ ਨੇ ਕਿਹਾਗਾ ਕਿ ਧਾਰਾ 144 ਵੀ ਲਾ ਦਿੱਤੀ ਹੈ ਤੇ ਨੈੱਟ ਵੀ ਬੰਦ ਕਰ ਦਿੱਤਾ ਗਿਆ। ਬਲਵੀਰ ਸਿੰਘ ਰਾਜੇਵਾਲ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਕਿ ਅੱਜ ਦੀ ਮਹਾ ਪੰਚਾਇਤ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਤੇ ਕਿਸਾਨਾਂ ਨੂੰ ਇਹਨਾਂ ਨੇ ਕੀ ਅਪੀਲ ਕਰਨੀ ਹੈਗੀ ਆ। ਤਾਂ ਰਾਜੇਵਾਲ ਸਾਹਿਬ ਜੀ, ਅੱਜ ਕਰਨਾਲ ਦੇ ਵਿੱਚ ਜੋ ਮਹਾ ਪੰਚਾਇਤ ਹੋਣੀ ਆ, ਪ੍ਰਸ਼ਾਸਨ ਨੇ ਕਿਹਾ ਕਿ 144 ਵੀ ਲਾ ਦਿੱਤੀ ਆ, ਨੈੱਟ ਵੀ ਬੰਦ ਕਰ ਦਿੱਤਾ ਤੇ ਕਿਹਾ ਕਿ ਲਾਅ ਐਂਡ ਆਰਡਰ ਨੂੰ ਅਸੀਂ ਪੂਰਾ ਮੇਨਟੇਨ ਰੱਖਣਾਗਾ। ਕੀ ਅਪੀਲ ਕਰੋਗੇ? ਦੇਖੋ, ਪ੍ਰਸ਼ਾਸਨ ਦਾ ਤਾਂ ਹਾਲ ਇਹ ਹੈ, ਨਾਲੇ ਚੋਰੀ ਨਾਲੇ ਸੀਨਾ ਚੋਰੀ, ਦੋਨੋਂ ਗੱਲਾਂ ਉਹ ਕਰ ਰਹੇ ਨੇ। ਉਹਨਾਂ ਦੇ ਹੱਥ 'ਚ ਲੋਕਾਂ ਨੇ ਵੋਟਾਂ ਪਾ ਕੇ ਗਲਤੀ ਕਰ ਲਈ, ਸਰਕਾਰ ਦੀ ਸੱਤਾ ਹਾਸਲ ਹੋ ਗਈ, ਇਸ ਕਰਕੇ ਲੋਕਾਂ ਦਾ ਮੂੰਹ ਬੰਦ ਕਰਨਾ ਚਾਹੁੰਦੇ ਨੇ, ਲੋਕਾਂ ਦੀ ਮੂਵਮੈਂਟਸ ਬੰਦ ਕਰਨਾ ਚਾਹੁੰਦੇ ਨੇ। ਅਸੀਂ ਜਿਹੜਾ ਪ੍ਰੋਗਰਾਮ ਉਲੀਕਿਆ ਹੈ ਟੋਟਲੀ ਪੀਸਫੁਲ ਹੋਏਗਾ। ਅੱਜ ਤੱਕ ਹਮੇਸ਼ਾ ਅਸੀਂ ਪੀਸਫੁਲ ਰਹੇ ਹਾਂ। ਪਿਛਲੀ ਵਾਰੀ ਕਰਨਾਲ ਐਡਮਿਨਿਸਟ੍ਰੇਸ਼ਨ ਨੇ ਜਾਣ ਬੁੱਝ ਕੇ ਜਿਵੇਂ ਕਿਸਾਨਾਂ 'ਤੇ ਲਾਠੀਆਂ ਵਰਾਈਆਂ ਔਰ ਉਹਦੇ 'ਚ ਇੱਕ ਕਿਸਾਨ ਸ਼ਹੀਦ ਵੀ ਹੋਇਆ, ਤੇ ਉਹਦਾ ਜੇ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤਾਂ ਇਹਦੀ ਤਾਂ ਬਹੁਤ ਸਖਤ ਸ਼ਬਦਾਂ 'ਚ ਨਿੰਦਾ ਕਰਨੀ ਬਣਦੀ ਹੈ। ਅੱਜ ਸਾਰੇ SKM ਦੇ ਲੀਡਰਸ ਸਾਰੇ ਉੱਥੇ ਜਾਣਗੇ ਔਰ ਸਾਡੀ ਸਾਰਿਆਂ ਦੀ ਇਹ ਮੁੱਢਲਾ ਫੈਸਲਾ ਹੈ ਵੀ ਅਸੀਂ ਇਹਨੂੰ ਪੀਸਫੁਲ ਰੱਖਣਾ। ਜੋ ਵੀ ਹੈ, ਕਿਸੇ ਵੀ ਹਾਲਤ ਵਿੱਚ ਐਡਮਿਨਿਸਟ੍ਰੇਸ਼ਨ ਕੋਈ ਜ਼ਿਆਦਤੀ ਕਰੇ ਤਾਂ ਵੀ ਅਸੀਂ ਪੀਸਫੁਲ ਰਹਾਂਗੇ।
ਜੀ ਕੀ ਲੱਗਦਾ ਕਿ ਜੀ ਨੈੱਟ ਵੀ ਬੰਦ ਕਰ ਦਿੱਤਾ ਗਿਆ ਜੀ 24 ਘੰਟਿਆਂ ਦੇ ਲਈ, ਪਰ ਇੰਨਾ ਸਖਤ ਕਿਉਂ ਹੋਇਆ ਜੀ ਪ੍ਰਸ਼ਾਸਨ? ਅਸਲ 'ਚ ਉਹ ਵਿਨਾਸ਼ਕਾਲ ਵਿਪਰੀਤ ਬੁੱਧੀ ਵਾਲੀ ਗੱਲ ਹੈ ਤੇ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਲੋਕਾਂ ਦੇ ਇੱਛਾਵਾਂ ਦੇ ਉਲਟ ਜਾ ਰਹੇ ਨੇ। ਜਿਹੜੀ ਵੀ ਸਰਕਾਰ ਕੋਈ ਲੋਕਾਂ ਦੇ ਇੱਛਾਵਾਂ ਦੇ ਉਲਟ ਜਾਏਗੀ ਤਾਂ ਇਹ ਠੀਕ ਹੈ, ਵਕਤੀ ਤੌਰ ਤੇ ਤਾਂ ਉਹ ਆਪਣੇ ਆਪ ਨੂੰ ਧਰਵਾਸ ਦੇ ਲੈਣਗੇ ਵੀ ਅਸੀਂ ਬੜੇ ਤੀਸ ਮਾਰ ਖਾਂ, ਪਰ ਲੋਕਾਂ ਦੇ ਮਨਾਂ ਵਿੱਚ ਜਿਹੜੀ ਨਫ਼ਰਤ ਉਹਨਾਂ ਪ੍ਰਤੀ ਬੈਠ ਜਾਏਗੀ, ਉਹ ਅਗਲੀ ਵਾਰੀ ਫਿਰ ਸੱਤਾ 'ਚ ਆਉਣ ਦਾ ਸੁਪਨਾ ਵੀ ਨਾ ਸੋਚਣ। ਤਾਂ ਮੁਜ਼ੱਫਰਨਗਰ ਦੀ ਵੱਡੀ ਰੈਲੀ ਹੋਈ ਆ, ਉਸ ਤੋਂ ਬਾਅਦ ਕੀ ਲੱਗਦਾ ਹੈਗਾ ਸਰਕਾਰ ਤੇ ਕਿੰਨਾ ਕੁ ਪ੍ਰਭਾਵ ਪਾਉਣ ਦੇ ਵਿੱਚ ਤੁਸੀਂ ਸਫਲ ਹੋਏ ਹੋ? ਦੇਖੋ ਜੀ, ਸਰਕਾਰ ਨੇ ਸੋਚਣਾ ਹੈ। ਸਰਕਾਰ ਨੂੰ ਅਸੀਂ ਇਹ ਦਰਸਾਤਾ ਵੀ ਸਾਰੇ ਦੇਸ਼ ਦਾ ਕਿਸਾਨ ਇਕੱਠਾ ਹੈ। ਮੁਜ਼ੱਫਰਨਗਰ 'ਚ ਸਾਰੇ ਸੂਬਿਆਂ ਦੇ ਵਿੱਚੋਂ ਕਿਸਾਨ ਆਏ ਹੋਏ ਸੀ ਤੇ ਲੀਡਰਸ ਆਏ ਹੋਏ ਸੀ ਤੇ ਇਹ ਜਿਹੜਾ ਉਹ ਕਹਿੰਦੇ ਸੀ ਇਹ ਪੰਜਾਬ ਦਾ ਹੀ ਅੰਦੋਲਨ ਹੈ, ਪੰਜਾਬ ਹਰਿਆਣੇ ਦਾ ਹੀ ਅੰਦੋਲਨ ਹੈ, ਹੁਣ ਉਹ ਨਹੀਂ ਕਹਿ ਸਕਣਗੇ। ਔਰ ਇਹ ਤੋਂ ਵੀ ਅਗਲੀ ਗੱਲ ਇਹ ਵੀ ਉਹਨਾਂ ਨੂੰ ਸਮਝਣਾ ਪਏਗਾ ਵੀ ਜਦੋਂ ਸਾਰੇ ਦੇਸ਼ ਦੇ ਕਿਸਾਨ ਲੀਡਰ ਇੱਥੇ ਆ ਕੇ, ਸਾਰੇ ਕਿਸਾਨਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸਾਊਥ ਦੀਆਂ ਸਟੇਟਾਂ ਵਿੱਚੋਂ ਆ ਕੇ ਇੱਥੇ ਸ਼ਾਮਲ ਹੁੰਦੇ ਨੇ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਵੀ ਸਾਰੇ ਦੇਸ਼ ਵਿੱਚ ਕਿਸਾਨ ਇੱਕ ਮੁੱਠ ਹੈ ਔਰ ਉਹ ਆਪਣੀਆਂ ਮੰਗਾਂ ਤੇ ਅੜਿਆ ਹੋਇਆ। ਸਰਕਾਰ ਆਪਣੀ ਸਰਕਾਰੀਅਤ ਦਾ ਰੋਬ ਦਿਖਾਉਂਦੀ ਹੈ, ਹੋਰ ਇਹ ਤੋਂ ਵੱਧ ਕੁਝ ਨਹੀਂ। ਜੀ ਜਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਮਹਾਪੰਚਾਇਤ ਕਰ ਰਹੇ ਹੋ ਜੀ, ਡੀਸੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾਗਾ ਕਿ ਉਹ ਮੰਗਾਂ ਜਿਹੜੀਆਂ ਜਾਇਜ਼ ਉਹ ਤਾਂ ਮੰਗ ਲਈਆਂ ਜਾਣਗੀਆਂ, ਪਰ ਕਿਸਾਨ ਜਿਹੜੇ ਜ਼ਿਆਦਾ ਲੋੜ ਤੋਂ ਵੱਧ ਜਿਹੜੀਆਂ ਮੰਗਾਂ ਮੰਨ ਰਹੇ ਨੇ, ਉਹਦੇ ਬਾਰੇ ਕੀ ਕਹੋਗੇ? ਮੈਨੂੰ ਇੱਕ ਦੱਸਿਓ ਵੀ ਸਾਡੇ ਸੰਵਿਧਾਨ 'ਚ ਕਿੱਥੇ ਲਿਖਿਆ ਹੈ ਵੀ ਕੋਈ ਕਿ ਇੱਕ ਸਿਵਲ ਅਫਸਰ ਪੁਲਿਸ ਨੂੰ ਇਹ ਹਦਾਇਤਾਂ ਦੇਵੇ ਵੀ ਜਿਹੜਾ ਲਾਈਨ ਟੱਪੇ ਉਹਨੂੰ ਉਹਦੇ ਸਿਰ ਪਾੜ ਦਿਓ, ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਦਿਓ। ਇਹ ਅਧਿਕਾਰ ਉਹਨਾਂ ਨੂੰ ਕਿਹਨੇ ਦਿੱਤਾ ਹੈ? ਤੇ ਜਿਹੜੀਆਂ ਇਹ ਨਾਜਾਇਜ਼ ਹੈ, ਇਹਦੇ ਖਿਲਾਫ ਆਵਾਜ਼ ਉਠਾਉਣਾ। ਤੋ ਅੱਜ ਦਾ ਜਿਹੜਾ ਵਿਰੋਧ ਆ ਉਹ ਸਿਰਫ SDM ਨੇ ਜਿਹੜਾ ਜ਼ਿਆਦਤੀ ਕੀਤੀ ਆ ਔਰ ਉਹਨੇ ਲੋਕਾਂ ਦੇ ਸਿਰ ਪੜਵਾਏ ਨੇ, ਉਹਦੇ ਖਿਲਾਫ ਮੁਕੱਦਮਾ ਦਰਜ ਕਰਾਉਣ ਦੀ ਹੈ। ਪਰ ਜਿਹੜਾ ਸਾਹਿਬ ਅੱਜ ਇੱਕ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਪਹੁੰਚ ਰਹੇ ਨੇ, ਅਪੀਲ ਕੀ ਹੋ ਜੀ ਕਿਸਾਨ ਜਿਹੜੇ ਉੱਥੇ ਪਹੁੰਚ ਰਹੇ ਨੇ? ਕਿਸਾਨਾਂ ਨੂੰ ਅਪੀਲ ਇਹੋ ਹੈ ਵੀ ਜੋ ਮਰਜ਼ੀ ਹੋਵੇ, ਹਰ ਹਾਲਤ ਵਿੱਚ ਸ਼ਾਂਤਮਈ ਰਹਿਣਾ, ਸ਼ਾਂਤਮਈ ਰਹਿ ਕੇ ਦਾਣਾ ਮੰਡੀ 'ਚ ਪਹੁੰਚਣਾ, ਕੋਈ ਕਿਤੇ ਟਕਰਾਓ ਨਹੀਂ ਕਰਨਾ। ਜੇ ਪੁਲਿਸ ਜ਼ਿਆਦਤੀ ਕਰਦੀ ਹੈ ਤਾਂ ਆਪਣੇ ਪਿੰਡੇ ਤੇ ਹੋਰ ਲਾਠੀਆਂ ਸਹਿਣੀਆਂ ਨੇ, ਉਹਨਾਂ ਤੇ ਹੱਥ ਨਹੀਂ ਚੱਕਣਾ। ਧੰਨਵਾਦ, ਮਿਹਰਬਾਨੀ। ਤਾਂ ਹਰਮੀਤ ਸਿੰਘ ਕਾਦੀਆਂ ਵੀ ਸਾਡੇ ਨਾਲ ਮੌਜੂਦ ਨੇ, ਨੌਜਵਾਨ ਚਿਹਰੇ ਨੇ। ਕੀ ਕਹਿਣਾ ਚਾਹੋਗੇ ਅੱਜ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ, ਪ੍ਰਸ਼ਾਸਨ ਨੇ ਸਖਤ ਰੁਖ਼ ਅਪਣਾਇਆ ਹੈਗਾ, ਕੀ ਲੱਗਦਾ? ਦੇਖੋ, ਪ੍ਰਸ਼ਾਸਨ ਨੇ ਭਲਾ ਬੇਸ਼ੱਕ ਸਖਤ ਰੁਖ ਅਪਣਾਇਆ। ਸਾਡੇ SKM ਵੱਲੋਂ ਸਾਰੇ ਲੀਡਰ ਇੱਥੋਂ ਜਾ ਰਹੇ ਨੇ, ਪੰਜਾਬ ਦੇ ਵੀ ਸਾਰੇ ਲੀਡਰ ਜਾ ਰਹੇ ਨੇ ਤੇ ਉਹ ਇਸ ਕਰਕੇ ਜਾ ਰਹੇ ਆ ਵੀ ਜਿਹੜੀ ਸਾਡੀ ਮੂਵਮੈਂਟ ਆ, ਜਿਹਦਾ ਨਾਮ ਹੀ ਹੁਣ ਸ਼ਾਂਤਮਈ ਮੂਵਮੈਂਟ ਬਣ ਚੁੱਕਿਆ, ਉਹਨੂੰ ਅਸੀਂ ਸਥਿਰ ਰੱਖਣਾ ਤੇ ਆਉਣ ਵਾਲਾ ਸਮੇਂ ਦੇ ਵਿੱਚ ਇਸ ਮੂਵਮੈਂਟ ਖਰਾਬ ਨਾ ਹੋਵੇ, ਕਿਉਂਕਿ ਆਪਾਂ 3 ਕਾਨੂੰਨਾਂ ਦੀ ਜਿਹੜੀ ਲੜਾਈ ਲੜ ਰਹੇ ਹਾਂ, MSP ਦੇ ਉੱਤੇ ਕਾਨੂੰਨ ਬਣਾਉਣ ਦੀ ਲੜਾਈ ਲੜ ਰਹੇ ਹਾਂ ਵੀ ਉਹਨੂੰ ਢਾਹ ਨਾ ਲੱਗੇ। ਪਰ ਨਾਲ ਜਿੱਥੇ ਜ਼ਿਆਦਤੀਆਂ ਹੋ ਰਹੀਆਂ ਨੇ ਉੱਥੇ ਐਨ ਉਹਨਾਂ ਦੇ ਮੋਢੇ ਨਾਲ ਮੋਢਾ ਡਾੜ ਕੇ ਖੜੇ ਆ। ਹਰਿਆਣੇ ਨਾਲ ਜ਼ਿਆਦਤੀ ਹੋਈ ਆ ਤੇ ਸਾਰਾ ਪੂਰਾ ਭਾਰਤ ਉਹਨਾਂ ਦੇ ਨਾਲ ਖੜਾ ਵਾ। ਤਾਂ ਤੁਸੀਂ ਨੌਜਵਾਨ ਹੋ ਜੀ, ਕੀ ਅਪੀਲ ਕਰੋਗੇ ਨੌਜਵਾਨਾਂ ਨੂੰ? ਬਿਲਕੁਲ ਆਹੀ ਅਪੀਲ ਕਰਾਂਗੇ ਵੀ ਆਪਾਂ ਹੱਕਾਂ ਲਈ ਨਿਕਲਣਾ, ਸੜਕਾਂ ਤੇ ਆਓ। ਉੱਥੇ ਹੁਣ ਦਾਣਾ ਮੰਡੀ ਪ੍ਰੋਗਰਾਮ ਰੱਖਿਆ, ਉਹ ਆਪਣਾ ਆਉਣਾ ਫਰਜ਼ ਹੈ, ਕੌਂਸਟੀਟਿਊਸ਼ਨਲੀ ਹੱਕ ਆ, ਪਰ ਆਪਾਂ ਇਹਨੂੰ ਪੀਸਫੁਲ ਬਣਾ ਕੇ ਰੱਖੀਏ ਵੀ ਆਪਣੀ ਏਕਤਾ ਦਿਖਾਈਏ। ਜਿਵੇਂ UP ਦੀ ਆਪਾਂ ਮਹਾਪੰਚਾਇਤ ਇੱਕ ਦਿਖਾ ਕੇ ਅੱਖਾਂ ਖੋਲੀਆਂ ਨੇ, ਇੱਥੇ ਜੇ ਵੱਡੀ ਪੰਚਾਇਤ ਆਪਾਂ ਇਕੱਠੀ ਕਰਦੇ ਹਾਂ, ਆਪਣਾ ਪ੍ਰੈਸ਼ਰ ਪਾਉਂਦੇ ਹਾਂ, ਜਿਹੜੇ ਆਪਾਂ ਰੱਖਿਆ ਹੱਕ ਵੀ SDM ਦੇ ਉਲਟ ਕੇਸ ਕਰਨ ਦਾ, ਉਹ ਆਪਾਂ ਸਫਲ ਬਣਾਈਏ।